ਹੈਲੋ ਫਰੈਂਡਸ, ਵੈਲਕਮ ਟੂ ਸਟੱਡੀ ਫॉर ਐਲਵਸ। ਸਵਾਗਤ ਹੈ ਤੁਹਾਡੇ ਆਪਣੇ ਚੈਨਲ ਸਟੱਡੀ ਫॉर ਐਲਵਸ ਦੇ ਉੱਪਰ। ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਇਸ ਚੈਨਲ ਤੇ ਅਸੀਂ ਮਾਸਟਰ ਕੈਡਰ ਕੈਮਿਸਟਰੀ ਦੀ ਪ੍ਰੈਪਰੇਸ਼ਨ ਕਰ ਰਹੇ ਹਾਂ ਤੇ ਅੱਜ ਆਪਾਂ ਜਿਹੜਾ ਹੈ ਨਿਊ ਯੂਨਿਟ ਸਟਾਰਟ ਕਰਾਂਗੇ ਜਿਸ ਦਾ ਨਾਮ ਹੈ ਐਟੋਮਿਕ ਸਟਰਕਚਰ ਜਾਂ ਫਿਰ ਇਹਦਾ ਨਾਮ ਹੋ ਸਕਦਾ ਸਟਰਕਚਰ ਆਫ ਐਟਮ। ਠੀਕ ਹੈ ਜੀ, ਜਿਸ ਦੇ ਵਿੱਚ ਅੱਜ ਆਪਣਾ ਟੌਪਿਕ ਰਹੇਗਾ ਸਬ ਐਟੋਮਿਕ ਪਾਰਟੀਕਲਸ। ਇੰਟਰੋਡਕਸ਼ਨ ਦੇ ਤੌਰ ਤੇ ਅੱਜ ਇਸ ਚੈਪਟਰ ਨੂੰ ਆਪਾਂ ਸਟਾਰਟ ਕਰਾਂਗੇ ਤੇ ਕੰਟੀਨਿਊ ਰੱਖਾਂਗੇ। ਤੇ ਨੈਕਸਟ ਹੈ ਦੈਟ ਇਜ਼ ਸਟਰਕਚਰ ਆਫ ਐਟਮ। ਦੇ ਵਿੱਚ ਦੇਖੋ, ਸਟਰਕਚਰ ਆਫ ਐਟਮ ਦੇ ਵਿੱਚ ਬੇਸਿਕਲੀ ਜੋ ਐਟਮ ਹੈ, ਐਟਮ ਦੇ ਵਿੱਚ ਕੀ ਹੁੰਦਾ ਹੈ, ਇਲੈਕਟ੍ਰੋਨਸ, ਪ੍ਰੋਟੋਨਸ ਐਂਡ ਨਿਊਟਰੋਨਸ ਹੁੰਦੇ ਨੇ। ਐਂਡ ਜਿਹੜੇ ਇਹ ਇਲੈਕਟ੍ਰੋਨ, ਪ੍ਰੋਟੋਨ, ਨਿਊਟਰੋਨਸ ਨੇ ਇਹਨਾਂ ਨੂੰ ਫੰਡਾਮੈਂਟਲ ਪਾਰਟੀਕਲਸ ਕਿਹਾ ਜਾਂਦਾ ਹੈ। ਫੰਡਾਮੈਂਟਲ ਪਾਰਟੀਕਲਸ ਵੀ ਕਿਹਾ ਜਾਂਦਾ ਹੈ ਜਾਂ ਇਹਨਾਂ ਨੂੰ ਤੁਸੀਂ ਸਬ ਐਟੋਮਿਕ ਪਾਰਟੀਕਲਸ ਵੀ ਕਹਿ ਸਕਦੇ ਹੋ। ਓਕੇ ਜੀ, ਇੱਕ ਹੋਰ ਹੁੰਦੇ ਨੇ ਨੌਨ ਫੰਡਾਮੈਂਟਲ ਪਾਰਟੀਕਲਸ, ਬਟ ਆਪਣੇ ਸਿਲੇਬਸ ਦੇ ਵਿੱਚ ਫੰਡਾਮੈਂਟਲ ਪਾਰਟੀਕਲਸ ਨੇ ਤੇ ਅਸੀਂ ਇਹਨਾਂ ਨੂੰ ਜਿਹੜਾ ਹੈ ਡਿਟੇਲ ਦੇ ਵਿੱਚ ਸਟੱਡੀ ਕਰਾਂਗੇ। ਕਿਹੜੇ ਕਿਹੜੇ ਫੰਡਾਮੈਂਟਲ ਪਾਰਟੀਕਲਸ ਨੇ? ਇਲੈਕਟ੍ਰੋਨ, ਪ੍ਰੋਟੋਨ ਐਂਡ ਨਿਊਟਰੋਨ। ਵੀਡੀਓ ਦੇ ਨਾਲ ਬਣੇ ਰਹੋ ਕਿਉਂਕਿ ਜਦੋਂ ਵੀ ਇਹ ਤਿੰਨੋਂ ਪੋਰਸ਼ਨ ਹੋ ਜਾਣਗੇ, ਇਲੈਕਟ੍ਰੋਨ, ਪ੍ਰੋਟੋਨ ਐਂਡ ਨਿਊਟਰੋਨ, ਤਾਂ ਲਾਸਟ ਦੇ ਵਿੱਚ ਤੁਹਾਡੇ ਲਈ ਕੁਐਸਚਨਸ ਨੇ 15 to 16 ਕੁਐਸਚਨਸ ਨੇ ਐਂਡ 5-6 ਜਿਹੜੇ ਨੇ ਹੋਮਵਰਕ ਲਈ ਕੁਐਸਚਨਸ ਨੇ ਤੇ ਉਹਨਾਂ ਨੂੰ ਤੁਸੀਂ ਜਿਹੜਾ ਹੈ ਸਕਿਪ ਨਹੀਂ ਕਰਨਾ। ਠੀਕ ਹੈ ਜੀ, ਪਹਿਲਾਂ ਥਿਊਰੀ ਪੋਰਸ਼ਨ ਕਰ ਲਓ, ਫਿਰ ਤੁਸੀਂ ਉਹਨਾਂ ਕੁਐਸਚਨਸ ਨੂੰ ਵੀ ਕਰਕੇ ਦੇਖਣਾ ਹੈ। ਹੁਣ ਸਭ ਤੋਂ ਪਹਿਲਾਂ ਆ ਜਾਂਦਾ ਇਲੈਕਟ੍ਰੋਨ। ਇਲੈਕਟ੍ਰੋਨ ਦੇ ਵਿੱਚ ਫਸਟ ਪੁਆਇੰਟ ਹੈ ਕਿ ਇਲੈਕਟ੍ਰੋਨ ਨੂੰ ਡਿਸਕਵਰ ਕਿਹਨੇ ਕੀਤਾ? ਇਲੈਕਟ੍ਰੋਨ ਨੂੰ ਡਿਸਕਵਰ ਕੀਤਾ ਸੀ ਜੇ ਥੋਮਸਨ ਨੇ। ਠੀਕ ਹੈ ਜੀ, ਜੋ ਇਲੈਕਟ੍ਰੋਨ ਹੁੰਦੇ ਨੇ, ਇਲੈਕਟ੍ਰੋਨ ਕੀ ਹੁੰਦੇ ਨੇ, ਕਿਹੜੇ ਚਾਰਜਡ ਪਾਰਟੀਕਲ ਹੁੰਦੇ ਨੇ? ਨੈਗੇਟਿਵਲੀ ਚਾਰਜਡ ਪਾਰਟੀਕਲ। ਐਂਡ ਇਲੈਕਟ੍ਰੋਨ ਨੂੰ ਕੰਪੋਨੈਂਟ ਪਾਰਟੀਕਲ ਕਿਹਾ ਗਿਆ ਕੈਥੋਡ ਰੇਜ਼ ਦਾ। ਹੁਣ ਕੈਥੋਡ ਰੇਜ਼ ਕੀ ਹੁੰਦੀਆਂ ਨੇ? ਦੇਖੋ, ਕੈਥੋਡ ਰੇਜ਼ ਬਾਰੇ ਥੋੜ੍ਹਾ ਜਾਣ ਲੈਂਦੇ ਹਾਂ ਕਿਉਂਕਿ ਕੈਥੋਡ ਰੇਜ਼ ਦਾ ਹੀ ਕੰਪੋਨੈਂਟ ਪਾਰਟੀਕਲ ਹੈ ਇਲੈਕਟ੍ਰੋਨ। ਕੈਥੋਡ ਰੇਜ਼ ਜਿਹੜੀਆਂ ਸੀਗੀਆਂ ਇਹਨੂੰ ਡਿਸਕਵਰ ਕੀਤਾ ਸੀਗਾ ਵਿਲੀਅਮ ਕਰੂਕਸ ਨੇ। ਓਕੇ, ਵਿਲੀਅਮ ਐਂਡ ਕਰੂਕਸ ਨੇ। ਅਜੇ ਡਿਸਕਵਰਡ ਬਾਈ ਜੇ ਥੋਮਸਨ ਲਿਖਿਆ ਇਹਨੂੰ ਕੱਟ ਦਿਓ। ਠੀਕ ਹੈ, ਵਿਲੀਅਮ ਕਰੂਕਸ ਨੇ ਇਹਨੂੰ ਡਿਸਕਵਰ ਕੀਤਾ ਸੀਗਾ। ਐਂਡ ਜੇ ਥੋਮਸਨ ਜਿਹੜੇ ਨੇ ਉਹਨਾਂ ਨੇ ਕੀ ਕੀਤਾ ਸੀ, ਇੱਕ ਸਿਲੰਡਰੀਕਲ ਹਾਰਡ ਗਲਾਸ ਟਿਊਬ ਲਈ ਸੀ ਜਿਹਦੇ ਵਿੱਚ ਕੀ ਹੁੰਦੇ ਨੇ, ਦੋ ਇਲੈਕਟ੍ਰੋਡਸ ਹੁੰਦੇ ਨੇ, ਕੈਥੋਡ ਐਂਡ ਐਨੋਡ। ਠੀਕ ਹੈ ਜੀ, ਤੇ ਇੱਕ ਸਾਈਡ ਟਿਊਬ ਵੀ ਹੁੰਦੀ ਹੈ। ਸਾਈਡ ਟਿਊਬ ਦੇ ਵਿੱਚ ਸਟਾਪ ਕੋਕ ਵੀ ਲੱਗਿਆ ਹੁੰਦਾ ਹੈ ਔਰ ਇਸ ਟਿਊਬ ਦੇ ਵਿੱਚ ਜੋ ਹੈ, ਇਸ ਟਿਊਬ ਦਾ ਨਾਮ ਹੈ ਡਿਸਚਾਰਜ ਟਿਊਬ। ਇਹਦੇ ਨਾਲ ਐਕਸਪੈਰੀਮੈਂਟ ਕੀਤਾ ਗਿਆ ਸੀਗਾ। ਇਸ ਟਿਊਬ ਨੂੰ ਕਿਹਾ ਜਾਂਦਾ ਹੈ ਡਿਸਚਾਰਜ ਟਿਊਬ। ਐਂਡ ਕਿਸ ਨੇ ਕੀਤਾ ਸੀ ਐਕਸਪੈਰੀਮੈਂਟ? ਜੇ ਥੋਮਸਨ ਨੇ। ਤਾਂ ਇਹਦੇ ਵਿੱਚ ਇੱਕ ਪੁਆਇੰਟ ਹੈ, ਕਹਿੰਦੇ ਜੋ ਆਰਡੀਨਰੀ ਕੰਡੀਸ਼ਨਸ, ਅਗਰ ਆਰਡੀਨਰੀ ਕੰਡੀਸ਼ਨਸ ਨੇ ਉਹਨਾਂ ਦੇ ਅੰਡਰ ਜੇਕਰ ਗੈਸਿਸ ਨੂੰ ਦੇਖਿਆ ਜਾਵੇ ਤਾਂ ਪੂਅਰ ਕੰਡਕਟਰ ਹੁੰਦੀਆਂ ਨੇ ਇਲੈਕਟ੍ਰਿਸਿਟੀ ਦੀਆਂ। ਔਰ ਅਗਰ ਅਸੀਂ ਜੋ ਬਾਹਰੋਂ ਵੋਲਟੇਜ ਅਪਲਾਈ ਕਰ ਰਹੇ ਹਾਂ, ਅਗਰ ਉਹਨੂੰ ਅਸੀਂ ਕਾਫੀ ਜ਼ਿਆਦਾ ਹਾਈ ਅਪਲਾਈ ਕਰਦੇ ਹਾਂ ਤਾਂ ਜਿਹੜੀਆਂ ਇਹੀ ਗੈਸਿਸ ਨੇ ਇਹ ਕੰਡਕਟਰਸ ਬਣ ਜਾਂਦੀਆਂ ਨੇ। ਠੀਕ ਹੈ ਨਾ, ਬਿਕਮ ਕੰਡਕਟਰਸ। ਐਂਡ ਇਲੈਕਟ੍ਰਿਸਿਟੀ ਜਿਹੜੀ ਹੈਗੀ ਹੈ ਉਹ ਕੀ ਕਰਨੀ ਹੋ ਜਾਂਦੀ ਹੈ, ਡਿਸਚਾਰਜ ਟਿਊਬ ਦੇ ਵਿੱਚ ਫਲੋ ਹੋਣੀ ਸ਼ੁਰੂ ਹੋ ਜਾਂਦੀ ਹੈ। ਔਰ ਡਿਸਚਾਰਜ ਟਿਊਬ ਦੇ ਵਿੱਚ ਫਲੋ ਕਿੱਥੋਂ ਤੋਂ ਕਿੱਥੇ ਤੱਕ ਹੁੰਦੀ ਹੈ? ਦੈਟ ਇਜ਼ ਕੈਥੋਡ ਤੋਂ ਸ਼ੁਰੂ ਹੋ ਕੇ ਐਨੋਡ ਤੱਕ ਐਂਡ ਹੁੰਦੀ ਹੈ। ਮੀਨਸ ਕੈਥੋਡ ਟੂ ਐਨੋਡ ਇਲੈਕਟ੍ਰਿਸਿਟੀ ਜਿਹੜੀ ਹੈ ਇਨ ਦੀ ਫਾਰਮ ਆਫ ਰੇਜ਼ ਜਿਹੜੀ ਹੈ ਫਲੋ ਹੁੰਦੀ ਹੈ ਔਰ ਉਹ ਰੇਜ਼ ਨੂੰ ਅਸੀਂ ਕਿਹਾ ਹੈਗਾ ਕੈਥੋਡ ਰੇਜ਼। ਠੀਕ ਹੈ ਨਾ, ਤਾਂ ਇਹ ਜਿਹੜਾ ਹੈ ਐਕਸਪੈਰੀਮੈਂਟਲੀ ਫਾਊਂਡ ਕੀਤਾ ਗਿਆ ਕਿ ਜੋ ਕੈਥੋਡ ਰੇਜ਼ ਨੇ ਇਹਨਾਂ ਦੇ ਅੰਦਰ ਮੀਨਸ ਇਹ ਕਿਹਦੇ ਨਾਲ ਕੰਸਿਸਟ ਹੋਏ ਨੇ? ਦੈਟ ਇਜ਼ ਇਲੈਕਟ੍ਰੋਨਸ। ਤਾਂ ਇੱਥੋਂ ਹੀ ਜਿਹੜਾ ਹੈ ਇਲੈਕਟ੍ਰੋਨਸ ਦੀ ਜਿਹੜੀ ਹੈ ਡਿਸਕਵਰੀ ਹੁੰਦੀ ਹੈ ਜੇ ਥੋਮਸਨ ਦੇ ਦੁਆਰਾ। ਹੁਣ ਕੁਝ ਪ੍ਰੋਪਰਟੀਜ਼ ਪੜ੍ਹ ਲੈਂਦੇ ਹਾਂ ਕਿਉਂਕਿ ਕੈਥੋਡ ਰੇਜ਼ ਦੇ ਵਿੱਚ ਇਲੈਕਟ੍ਰੋਨ ਹੁੰਦੇ ਨੇ ਤਾਂ ਕੈਥੋਡ ਰੇਜ਼ ਜਿਹੜੀਆਂ ਨੇ ਇੰਪੋਰਟੈਂਟ ਬਣ ਜਾਂਦੀਆਂ ਨੇ। ਸੋ ਫਸਟ ਜਿਹੜੀ ਪ੍ਰੋਪਰਟੀ ਹੈ ਕੈਥੋਡ ਰੇਜ਼ ਦੀ ਉਹ ਇਹ ਹੈ ਕਿ ਕੈਥੋਡ ਰੇਜ਼ ਟਰੈਵਲ ਇਨ ਸਟ੍ਰੇਟ ਲਾਈਨ। ਬਿਲਕੁਲ ਤੁਸੀਂ ਦੇਖ ਪਾ ਰਹੇ ਹੋ ਟੈਸਟ ਟਿਊਬ ਜਿਹੜੀ ਹੈਗੀ ਇਹ, ਸੌਰੀ ਡਿਸਚਾਰਜ ਟਿਊਬ। ਡਿਸਚਾਰਜ ਟਿਊਬ ਦੇ ਵਿੱਚ ਤੁਸੀਂ ਦੇਖ ਰਹੇ ਹੋ ਕੈਥੋਡ ਰੇਜ਼ ਬਿਲਕੁਲ ਸਟ੍ਰੇਟ ਜਿਹੜੀਆਂ ਨੇ ਉਹ ਟਰੈਵਲ ਕਰ ਰਹੀਆਂ ਨੇ। ਇੱਕ ਸਾਈਡਵੇਜ਼ ਜਿਹੜੀ ਹੈ ਟਿਊਬ ਲੱਗੀ ਹੋਈ ਹੈ। ਠੀਕ ਹੈ ਨਾ, ਉਹ ਵੀ ਤੁਸੀਂ ਨੀਚੇ ਵਾਲੀ ਸਾਈਡ ਦੇਖ ਸਕਦੇ ਹੋ। ਹੁਣ ਕੀ ਹੈ ਸੈਕਿੰਡ ਪੁਆਇੰਟ ਕੈਥੋਡ ਰੇਜ਼ ਬਾਰੇ ਕੀ ਹੈ? ਦੈਟ ਇਜ਼ ਕੈਥੋਡ ਰੇਜ਼ ਪ੍ਰੋਡਿਊਸ ਮਕੈਨੀਕਲ ਇਫੈਕਟ ਐਜ਼ ਦੇ ਕੈਨ ਰੋਟੇਟ ਦ ਵੀਲ ਪਲੇਸਡ ਇਨ ਦੇਅਰ ਪਾਥ। ਅਗਰ ਤੁਸੀਂ ਕੈਥੋਡ ਰੇਜ਼ ਦੇ ਰਸਤੇ ਦੇ ਵਿੱਚ ਕੋਈ ਪਾਥ ਦੇ ਵਿੱਚ ਕੋਈ ਵੀਲ ਪਲੇਸ ਕਰ ਦਿੰਦੇ ਹੋ ਤਾਂ ਇਹ ਕੀ ਕਰਦਾ ਹੈ? ਵੀਲ ਨੂੰ ਰੋਟੇਟ ਕਰੇਗਾ। ਕੌਣ? ਕੈਥੋਡ ਰੇਜ਼। ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਇਹਨਾਂ ਕੋਲੇ ਮਕੈਨੀਕਲ ਇਫੈਕਟ ਹੈ ਜਿਹੜਾ
ਹੁੰਦਾ ਹੈ। ਨੈਕਸਟ ਹੈ ਕੈਥੋਡ ਰੇਜ਼ ਕੰਸਿਸਟ ਆਫ ਨੈਗੇਟਿਵਲੀ ਚਾਰਜਡ ਪਾਰਟੀਕਲਸ ਨੋਨ ਐਜ਼ ਇਲੈਕਟ੍ਰੋਨ। ਵੈਰੀ ਇੰਪੋਰਟੈਂਟ ਪੁਆਇੰਟ ਕਿ ਜਿਹੜੇ ਕੈਥੋਡ ਰੇਜ਼ ਹੁੰਦੀਆਂ ਨੇ ਇਹਨਾਂ ਕੋਲ ਨੈਗੇਟਿਵਲੀ ਚਾਰਜਡ ਪਾਰਟੀਕਲਸ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਕਿਹੜੇ ਨਾਮ ਨਾਲ ਜਾਣਦੇ ਹਾਂ, ਇਲੈਕਟ੍ਰੋਨਸ। ਕੈਥੋਡ ਰੇਜ਼ ਜਦੋਂ ਟਰੈਵਲ ਕਰਦੀਆਂ ਨੇ ਕਾਫੀ ਹਾਈ ਸਪੀਡ 'ਤੇ ਇਹ ਟਰੈਵਲ ਕਰਦੀਆਂ ਨੇ। ਨੈਕਸਟ ਹੈ ਕਿ ਜੋ ਕੈਥੋਡ ਰੇਜ਼ ਹੁੰਦੇ ਨੇ ਦੈਟ ਕੋਜ਼ ਕੀ ਕੋਜ਼ ਕਰਦੇ ਨੇ, ਦੈਟ ਇਜ਼ ਫਲੋਰੈਸਕੈਂਸ। ਓਕੇ, ਇਹ ਕੀ ਕੋਜ਼ ਕਰਦੇ ਨੇ, ਫਲੋਰੈਸਕੈਂਸ। ਨੈਕਸਟ ਹੈ ਕੈਥੋਡ ਰੇਜ਼ ਹੀਟ ਦਾ ਆਬਜੈਕਟ ਇਨ ਵਿਚ ਦੇ ਫਾਲ ਡਿਊ ਟੂ ਟਰਾਂਸਫਰ ਆਫ। ਅਗਰ ਕੋਈ ਵੀ ਆਬਜੈਕਟ ਤੁਸੀਂ ਇਹਨਾਂ ਦੇ ਪਾਥ ਦੇ ਵਿੱਚ ਰੱਖ ਦਿਓ ਤਾਂ ਆਬਜੈਕਟ ਜਿਹੜਾ ਹੈ ਗਰਮ ਹੋ ਜਾਂਦਾ ਹੈ, ਕਿਉਂਕਿ ਜਦੋਂ ਇਹ ਟਰੈਵਲ ਕਰ ਰਿਹਾ ਹੁੰਦਾ ਇਹਦੇ ਕੋਲ ਕਾਈਨੈਟਿਕ ਐਨਰਜੀ ਹੁੰਦੀ ਹੈ ਅਤੇ ਇਹ ਕਾਈਨੈਟਿਕ ਐਨਰਜੀ ਉਸ ਆਬਜੈਕਟ ਨੂੰ ਟਰਾਂਸਫਰ ਕਰ ਦਿੰਦਾ ਜਿਹਦੀ ਵਜ੍ਹਾ ਦੇ ਨਾਲ ਉਹ ਆਬਜੈਕਟ ਕੀ ਹੋ ਜਾਂਦਾ ਹੈ, ਗਰਮ ਹੋ ਜਾਂਦਾ ਹੈ। ਨੈਕਸਟ ਹੈ ਕਿ ਵੈਨ ਕੈਥੋਡ ਰੇਜ਼ ਫਾਲਸ ਔਨ ਸੋਲਿਡ ਸਚ ਐਜ਼ ਕਾਪਰ। ਜਦੋਂ ਵੀ ਕੈਥੋਡ ਰੇਜ਼ ਨੂੰ ਤੁਸੀਂ ਸੋਲਿਡਸ 'ਤੇ ਫਾਲ ਕਰਦੇ ਹੋ ਤਾਂ ਐਕਸ ਰੇਜ਼ ਜਿਹੜੇ ਨੇ ਪ੍ਰੋਡਿਊਸ ਹੋ ਜਾਂਦੇ ਨੇ। ਇਹ ਵਨ ਲਾਈਨਰ ਨੇ, ਵਨ ਲਾਈਨਰ ਫਾਰਮ 'ਚ ਕੁਐਸਚਨ ਕਿਵੇਂ ਵੀ ਬਣ ਸਕਦਾ ਹੈ। ਓਕੇ, ਨੈਕਸਟ ਹੈ ਕੈਥੋਡ ਰੇਜ਼ ਪੋਜੈਸਿਸ ਆਇਓਨਾਈਜ਼ਿੰਗ ਪਾਵਰ। ਇਹਦਾ ਕੀ ਮਤਲਬ ਹੈ ਕਿ ਇਹਨਾਂ ਕੋਲ ਆਇਓਨਾਈਜ਼ਿੰਗ ਪਾਵਰ ਹੁੰਦੀ ਹੈ। ਦੈਟ ਮੀਨ ਇਹ ਕੀ ਕਰ ਦਿੰਦੇ ਨੇਗੇ, ਜਿਹੜੀ ਜੋ ਗੈਸ ਹੈ ਉਹਨੂੰ ਕਾਹਦੇ 'ਚ ਕਨਵਰਟ ਕਰ ਦਿੰਦੇ ਨੇ, ਉਹਨਾਂ ਦੇ ਆਇਨਸ ਦੇ ਵਿੱਚ ਕਨਵਰਟ ਕਰ ਦਿੰਦੇ ਨੇ। ਦ ਕੈਥੋਡ ਰੇਜ਼ ਪ੍ਰੋਡਿਊਸ ਸਾਇੰਟੀਲੇਸ਼ਨ ਔਨ ਦਾ ਫੋਟੋਗ੍ਰਾਫਿਕ ਪਲੇਟਸ। ਜਿਹੜੀਆਂ ਵੀ ਫੋਟੋਗ੍ਰਾਫਿਕ ਪਲੇਟਸ ਹੁੰਦੀਆਂ ਨੇ ਉਹਨਾਂ ਦੇ ਉੱਤੇ ਸਾਇੰਟੀਲੇਸ਼ਨਸ ਹੁੰਦੇ ਨੇ ਅਤੇ ਉਹ ਕਿਹਦੇ ਦੁਆਰਾ ਪ੍ਰੋਡਿਊਸ ਕੀਤੇ ਜਾਂਦੇ ਨੇ, ਉਹ ਵੀ ਕੈਥੋਡ ਰੇਜ਼ ਦੁਆਰਾ ਹੀ ਪ੍ਰੋਡਿਊਸ ਕੀਤੇ ਜਾਂਦੇ ਨੇ। ਦੇ ਕੈਨ ਪੈਨੀਟਰੇਟ ਥਰੂ ਥਿਨ ਮਟੈਲਿਕ ਸ਼ੀਟਸ। ਓਕੇ, ਜੇਕਰ ਤੁਹਾਡੇ ਕੋਲ ਕੋਈ ਬਹੁਤ ਹੀ ਜ਼ਿਆਦਾ ਥਿਨ ਮਟੈਲਿਕ ਸ਼ੀਟਸ ਹੈ ਲਾਈਕ ਅਲੂਮੀਨੀਅਮ ਐਂਡ ਅਗਰ ਤੁਸੀਂ ਉਹਦੇ 'ਤੇ ਕੈਥੋਡ ਰੇਜ਼ ਪਾਉਂਦੇ ਹੋ ਤਾਂ ਉਹਦੇ ਵਿੱਚੋਂ ਦੀ ਇਹ ਪੈਨੀਟਰੇਟ ਕਰ ਜਾਂਦੀਆਂ ਨੇ। ਠੀਕ ਹੈ, ਨੈਕਸਟ ਹੈ ਦਾ ਨੇਚਰ ਆਫ ਦੀਜ਼ ਰੇਜ਼ ਡਜ਼ ਨਾਟ ਡਿਪੈਂਡ ਅਪੋਨ ਦਾ ਨੇਚਰ ਆਫ ਗੈਸ ਔਰ ਦਾ ਕੈਥੋਡ ਮਟੀਰੀਅਲ ਯੂਜ਼ਡ ਇਨ ਡਿਸਚਾਰਜ ਟਿਊਬ। ਤਾਂ ਮੀਨਸ ਜਿਹੜਾ ਇਹਨਾਂ ਦਾ ਨੇਚਰ ਹੈ ਨਾ ਰੇਜ਼ ਦਾ, ਉਹ ਡਿਪੈਂਡ ਨਹੀਂ ਕਰਦਾ ਕਿ ਕਿਸ ਤਰੀਕੇ ਦੀ ਗੈਸ ਜਿਹੜੀ ਹੈ ਤੁਸੀਂ ਲਿਆ, ਕਿਸ ਤਰੀਕੇ ਦਾ ਕੈਥੋਡ ਮਟੀਰੀਅਲ ਹੈ ਡਿਸਚਾਰਜ ਟਿਊਬ ਦੇ ਵਿੱਚ। ਓਕੇ, ਉਸ 'ਤੇ ਡਿਪੈਂਡ ਨਹੀਂ ਕਰਦਾ। ਤਾਂ ਜੋ E/M ਮੀਨਸ ਚਾਰਜ ਟੂ ਮਾਸ ਰੇਸ਼ੋ ਜਿਹੜੀ ਹੁੰਦੀ ਹੈ ਫॉर ਕੈਥੋਡ rays was found to be same as that for an electron। ਇਲੈਕਟ੍ਰੋਨ ਦੀ ਮਾਸ ਰੇਸ਼ੋ ਜਿਹੜੀ ਆਪਾਂ ਅੱਗੇ ਡਿਸਕਸ ਕਰਾਂਗੇ, ਜਿਹੜੀ E/M ਰੇਸ਼ੋ ਹੈ ਕੈਥੋਡ ਰੇਜ਼ ਦੀ, ਉਹ ਕਹਿੰਦੇ ਸੇਮ ਹੁੰਦੀ ਹੈ ਐਜ਼ ਦੈਟ ਆਫ ਇਲੈਕਟ੍ਰੋਨ। E/M ਰੇਸ਼ੋ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਫਰਦਰ। ਦਸ ਦ ਕੈਥੋਡ ਰੇਜ਼ ਆਰ ਅ ਸਟਰੀਮ ਆਫ ਇਲੈਕਟ੍ਰੋਨਸ। ਇਸ ਕਰਕੇ ਕੈਥੋਡ ਰੇਜ਼ ਦਾ ਇਹ ਰਿਜ਼ਲਟ ਨਿਕਲ ਗਿਆ ਕਿ ਇਹ ਇਲੈਕਟ੍ਰੋਨਸ ਦੀ ਸਟਰੀਮ ਹੀ ਹੁੰਦੇ ਨੇ। ਠੀਕ ਹੈ ਨਾ, ਮੀਨਸ ਇਹਨਾਂ ਦੇ ਵਿੱਚ ਇਲੈਕਟ੍ਰੋਨ ਪ੍ਰੈਜ਼ੈਂਟ ਹੁੰਦੇ ਨੇ। ਅਕੋਰਡਿੰਗ ਟੂ ਆਈਨਸਟਾਈਨ ਥਿਊਰੀ ਆਫ ਰਿਲੇਟਿਵਿਟੀ, ਮਾਸ ਜਿਹੜਾ ਹੈ ਇੱਕ ਇਲੈਕਟ੍ਰੋਨ ਦਾ ਉਹ ਕਿੰਨਾ ਹੁੰਦਾ ਹੈ। ਦੇਖੋ ਮਾਸ ਦਾ ਫਾਰਮੂਲਾ ਦਿੱਤਾ ਗਿਆ, ਬਟ ਆਫਟਰ ਕੈਲਕੂਲੇਸ਼ਨ ਜਦੋਂ ਵੈਲੋਸਿਟੀ ਆਫ ਇਲੈਕਟ੍ਰੋਨ, ਵੈਲੋਸਿਟੀ ਆਫ ਲਾਈਟ, ਇਹ ਸਾਰੀਆਂ ਵੈਲੋਸਿਟੀਜ਼ ਨੂੰ ਅਸੀਂ ਪੁੱਟ ਕੀਤਾ ਤਾਂ ਵੈਲਿਊ ਜਿਹੜੀ ਹੈ ਮਾਸ ਆਫ ਇਲੈਕਟ੍ਰੋਨ ਦੀ ਕਿੰਨੀ ਆ ਰਹੀ ਹੈ, 9.1 × 10⁻31 kg। ਆ ਲਿਖਿਆ ਹੋਇਆ ਜੀ, ਦੇਖੋ E/M ਜਿਹੜੀ ਵੈਲਿਊ ਹੁੰਦੀ ਹੈ ਇਲੈਕਟ੍ਰੋਨ ਦੀ ਦੈਟ ਇਜ਼ 1.76 × 10⁸ ਕੂਲਮ ਪਰ ਗ੍ਰਾਮ। ਨੈਕਸਟ ਹੈ ਪ੍ਰੋਟੋਨ। ਠੀਕ ਹੈ ਨਾ, ਕਿਉਂਕਿ ਇਹ ਵੀ ਇੱਕ ਸਬ ਅਟੋਮਿਕ ਪਾਰਟੀਕਲ ਹੈ ਤਾਂ ਪ੍ਰੋਟੋਨ ਨੂੰ ਵੀ ਡਿਸਕਸ ਕਰਾਂਗੇ। ਪ੍ਰੋਟੋਨ ਜਿਹੜਾ ਸੀ ਇਹਨੂੰ ਡਿਸਕਵਰ ਕੀਤਾ ਸੀਗਾ ਗੋਲਡਸਟੀਨ ਦੁਆਰਾ ਐਂਡ ਇਹ ਇੱਕ ਪੋਜ਼ੀਟਿਵਲੀ ਚਾਰਜਡ ਪਾਰਟੀਕਲ ਹੈ ਜੋ ਕਿ ਮੋਸਟ ਇੰਪੋਰਟੈਂਟ ਹੈ। ਪੋਜ਼ੀਟਿਵਲੀ ਚਾਰਜਡ ਹੁੰਦਾ ਹੈ, ਕੰਪੋਨੈਂਟ ਪਾਰਟੀਕਲ ਆਫ ਐਨੋਡ ਰੇਜ਼। ਤਾਂ ਜਿਹੜਾ ਇਲੈਕਟ੍ਰੋਨ ਹੁੰਦਾ ਕੈਥੋਡ ਰੇਜ਼ ਦਾ ਕੰਪੋਨੈਂਟ ਪਾਰਟੀਕਲ ਹੈ ਐਂਡ ਜੋ ਇਹ ਹੈ ਪ੍ਰੋਟੋਨ ਹੈ ਇਹ ਐਨੋਡ ਰੇਜ਼ ਦਾ ਕੰਪੋਨੈਂਟ ਪਾਰਟੀਕਲ ਹੈ। ਓਬਵੀਅਸਲੀ ਜੋ ਕੈਥੋਡ ਰੇਜ਼ ਜਦੋਂ ਟਰੈਵਲ ਕਰ ਰਹੀਆਂ ਹੁੰਦੀਆਂ ਨੇ ਤਾਂ ਉਹਦੇ ਆਪੋਜ਼ਿਟ ਜੋ ਹੁੰਦੀਆਂ ਨੇ ਐਨੋਡ ਰੇਜ਼ ਟਰੈਵਲ ਕਰਦੀਆਂ ਨੇ। ਠੀਕ ਹੈ ਨਾ, ਐਨੋਡ ਰੇਜ਼ ਟਰੈਵਲ ਆਪੋਜ਼ਿਟ ਟੂ ਦੈਟ ਕੈਥੋਡ ਰੇਜ਼ ਇਨ ਅ ਡਿਸਚਾਰਜ ਟਿਊਬ। ਗੋਲਡਸਟੀਨ ਯੂਜ਼ਡ ਪਰਫੋਰੇਟਡ ਕੈਥੋਡ ਇਨ ਦ ਡਿਸਚਾਰਜ ਟਿਊਬ। ਜੋ ਸਿੰਪਲ ਕੈਥੋਡ ਸੀਗਾ J.J. ਥੋਮਸਨ ਨੇ ਉਹਨੂੰ ਯੂਜ਼ ਕੀਤਾ ਸੀ, ਬਟ ਇਹ ਵੀ ਪੁੱਛਿਆ ਜਾ ਸਕਦਾ ਹੈ ਕਿ ਗੋਲਡਸਟੀਨ ਨੇ ਕਿਹੜਾ ਕੈਥੋਡ ਯੂਜ਼ ਕੀਤਾ ਸੀਗਾ, ਦੈਟ ਇਜ਼ ਪਰਫੋਰੇਟਡ ਕੈਥੋਡ ਨੂੰ ਯੂਜ਼ ਕੀਤਾ ਸੀ ਡਿਸਚਾਰਜ ਟਿਊਬ ਦੇ ਵਿੱਚ। ਐਂਡ ਬਾਕੀ ਦਾ ਜਿਹੜਾ ਐਕਸਪੈਰੀਮੈਂਟ ਸੀਗਾ ਥੋਮਸਨ ਵਾਲਾ ਉਹੀ ਸੇਮ ਰਿਪੀਟ ਕੀਤਾ ਗਿਆ ਸੀ ਇਹਨਾਂ ਦੁਆਰਾ। ਦੀਜ਼ ਰੇਜ਼ ਆਰ ਆਲਸੋ ਕਾਲਡ ਪੋਜ਼ੀਟਿਵ ਰੇਜ਼ ਔਰ ਕੈਨਾਲ ਰੇਜ਼। ਵੈਰੀ ਇੰਪੋਰਟੈਂਟ ਕਿ ਇਹਨਾਂ ਨੂੰ ਹੋਰ ਕਿਹੜੇ ਰੇਜ਼ ਦੇ ਨਾਲ ਅਸੀਂ ਜਾਣਦੇ ਹਾਂ, ਪੋਜ਼ੀਟਿਵ ਰੇਜ਼ ਵੀ ਇਹਨਾਂ ਨੂੰ ਕਿਹਾ ਜਾ ਸਕਦਾ ਹੈ, ਕੈਨਾਲ ਰੇਜ਼ ਵੀ ਇਹੀ ਹੁੰਦੀਆਂ ਨੇ। ਠੀਕ ਹੈ ਜੀ, ਐਨੋਡ ਰੇਜ਼ ਟਰੈਵਲ ਇਨ ਸਟ੍ਰੇਟ ਲਾਈਨ। ਬਿਲਕੁਲ ਇਹ ਵੀ ਇੱਕ ਸਟ੍ਰੇਟ ਲਾਈਨ ਦੇ ਵਿੱਚ ਹੀ ਟਰੈਵਲ ਕਰਦੀਆਂ ਨੇ। ਐਨੋਡ ਰੇਜ਼ ਆਰ ਮਟੀਰੀਅਲ ਪਾਰਟੀਕਲਸ। ਬਿਲਕੁਲ
ਮਟੀਰੀਅਲ ਪਾਰਟੀਕਲਸ ਹੁੰਦੇ ਨੇ ਇਹਦੇ ਵਿੱਚ, ਠੀਕ ਹੈ ਨਾ। ਐਨੋਡ ਰੇਜ਼ ਆਰ ਪੋਜ਼ਿਟਿਵਲੀ ਚਾਰਜਡ, ਇਹ ਵੀ ਡਿਸਕਸ ਹੋ ਚੁੱਕਿਆ। ਐਨੋਡ ਰੇਜ਼ ਮੇ ਗੈਟ ਡਿਫਲੈਕਟਡ ਬਾਈ ਐਕਸਟਰਨਲ ਮੈਗਨੈਟਿਕ ਫੀਲਡ। ਅਗਰ ਤੁਸੀਂ ਟਿਊਬ ਦੇ ਉੱਪਰ ਵਾਲੀ ਸਾਈਡ ਟੌਪ ਤੇ ਜਾਂ ਫਿਰ ਬੋਟਮ ਤੇ ਬਾਹਰੋਂ ਮੈਗਨੈਟਿਕ ਫੀਲਡ ਦੇ ਰਹੇ ਹੋ ਤਾਂ ਐਨੋਡ ਰੇਜ਼ ਜਿਹੜੀਆਂ ਸਟ੍ਰੇਟ ਜਾ ਰਹੀਆਂ ਹੁੰਦੀਆਂ ਨੇ ਉਹ ਥੋੜ੍ਹਾ ਉਧਰ ਨੂੰ ਟਿਲਟ ਕਰ ਜਾਂਦੀਆਂ ਨੇ, ਠੀਕ ਹੈ ਨਾ। ਜਿਵੇਂ ਪੋਜ਼ਿਟਿਵਲੀ ਹੁੰਦੀਆਂ ਨੇ ਨਾ ਤਾਂ ਇਹ ਨੈਗੇਟਿਵ ਚਾਰਜ ਜੋ ਨੈਗੇਟਿਵ ਪੋਲ ਹੋਏਗਾ ਉਹਦੇ ਵੱਲ ਕੀ ਹੋ ਜਾਣਗੀਆਂ, ਡਿਫਲੈਕਟ ਹੋ ਜਾਣਗੀਆਂ। ਨੈਕਸਟ ਹੈ ਐਨੋਡ ਰੇਜ਼ ਆਲਸੋ ਅਫੈਕਟ ਦਾ ਫੋਟੋਗ੍ਰਾਫਿਕ ਪਲੇਟ। ਜਿਹੜੀ ਫੋਟੋਗ੍ਰਾਫਿਕ ਪਲੇਟਸ ਹੁੰਦੀਆਂ ਨੇ ਐਨੋਡ ਰੇਜ਼ ਉਹਨਾਂ ਨੂੰ ਵੀ ਕੀ ਕਰਦੀਆਂ ਨੇ, ਇਫੈਕਟ ਕਰਦੀਆਂ ਨੇ। ਜਿਹੜੀ ਇਹਦੀ E/M ਰੇਸ਼ੋ ਹੁੰਦੀ ਹੈ ਇਹਨਾਂ ਰੇਜ਼ ਦੀ ਉਹ ਸਮੋਲਰ ਹੁੰਦੀ ਹੈ ਦੈਟ ਆਫ ਇਲੈਕਟ੍ਰੋਨਸ, ਠੀਕ ਹੈ ਨਾ। ਡਿਸਕਸ ਕਰਾਂਗੇ ਕਿ ਇਹਨਾਂ ਦੀ ਵੈਲਿਊ ਕਿੰਨੀ ਹੁੰਦੀ ਹੈ। E/M ਵੈਲਿਊ ਜਿਹੜੀ ਹੈ ਇਹਦੀ ਡਿਪੈਂਡ ਕਰਦੀ ਹੈ, ਦੇਖੋ ਉੱਥੇ ਇਲੈਕਟ੍ਰੋਨ ਦੇ ਕੇਸ ਦੇ ਵਿੱਚ E/M ਵੈਲਿਊ ਡਿਪੈਂਡ ਨਹੀਂ ਕਰਦੀ ਸੀ ਨੇਚਰ ਆਫ ਗੈਸ ਕਿ ਕਿਹੜੀ ਗੈਸ ਹੈ ਜਿਹੜੀ ਟਿਊਬ ਦੇ ਵਿੱਚ ਲਈ ਗਈ ਹੈ, ਪਰ ਪ੍ਰੋਟੋਨ ਦੇ ਕੇਸ ਦੇ ਵਿੱਚ E/M ਵੈਲਿਊ ਡਿਪੈਂਡ ਕਰਦੀ ਹੈ ਕਿ ਕਿਹੜੀ ਗੈਸ ਤੁਸੀਂ ਹੈ ਜਿਹੜੀ ਡਿਸਚਾਰਜ ਟਿਊਬ ਦੇ ਵਿੱਚ ਲੈ ਰਹੇ ਹੋ। ਇਟ ਇਜ਼ ਮੈਕਸੀਮਮ ਵੈਨ ਗੈਸ ਪ੍ਰੈਜ਼ੈਂਟ ਇਨ ਦਾ ਟਿਊਬ ਇਜ਼ ਹਾਈਡਰੋਜਨ। ਵੈਰੀ ਇੰਪੋਰਟੈਂਟ ਕਿ ਜੇਕਰ ਤੁਸੀਂ ਡਿਸਚਾਰਜ ਟਿਊਬ ਦੇ ਵਿੱਚ ਹਾਈਡਰੋਜਨ ਗੈਸ ਲੈ ਰਹੇ ਹੋ ਤਾਂ ਉੱਥੇ ਜਿਹੜੀ E/M ਦੀ ਵੈਲਿਊ ਆਏਗੀ ਨਾ ਉਹ ਸਭ ਤੋਂ ਹਾਈਐਸਟ ਹੁੰਦੀ ਹੈ, ਦੈਟ ਇਜ਼ ਮੈਕਸੀਮਮ। ਨੈਕਸਟ ਇਜ਼ ਦੀਜ਼ ਰੇਜ਼ ਪ੍ਰੋਡਿਊਸ ਫਲੈਸ਼ਿਜ਼ ਆਫ ਲਾਈਟ ਔਨ ਜ਼ਿੰਕ ਸਲਫਾਈਡ ਸਕਰੀਨ। ਬਿਲਕੁਲ ਇੰਪੋਰਟੈਂਟ ਹੈ ਕਿ ਉਹ ਕਿਹੜੀਆਂ ਰੇਜ਼ ਨੇ ਜੋ ਕਿ ਫਲੈਸ਼ਿਜ਼ ਆਫ ਲਾਈਟ ਪ੍ਰੋਡਿਊਸ ਕਰਦੀਆਂ ਨੇ ਜ਼ਿੰਕ ਸਲਫਾਈਡ ਸਕਰੀਨ 'ਤੇ, ਤਾਂ ਕੀ ਆਨਸਰ ਆ ਜਾਏਗਾ, ਦੈਟ ਇਜ਼ ਐਨੋਡ ਰੇਜ਼। ਚਾਰਜ ਦੀ ਗੱਲ ਕਰ ਲੈਂਦੇ ਹਾਂ। ਚਾਰਜ ਦੇ ਯੂਨਿਟਸ ਕੂਲਮ, ਇਲੈਕਟ੍ਰੋਸਟੈਟਿਕ ਯੂਨਿਟ, ਰਿਲੇਟਿਵ ਸਾਰੇ ਚਾਰਜਸ ਤੁਸੀਂ ਇਹਦੇ ਵੈਲਿਊਜ਼ ਜਿਹੜੀਆਂ ਨੇ ਪੜ੍ਹ ਸਕਦੇ ਹੋ। 1.602 × 10⁻19 ਦੈਟ ਇਜ਼ ਕੂਲਮ ਦੇ ਵਿੱਚ ਹੈ। ਅਗਰ ਚਾਰਜ ਅਸੀਂ ਇਲੈਕਟ੍ਰੋਸਟੈਟਿਕ ਯੂਨਿਟ ਦੀ ਗੱਲ ਕਰੀਏ 4.8 × 10⁻−10 ਹੈ। ਅਗਰ ਰਿਲੇਟਿਵ ਦੀ ਗੱਲ ਕਰੀਏ ਤਾਂ +1 ਇਹਦੇ ਉੱਤੇ ਚਾਰਜ ਰਹੇਗਾ। ਜੇਕਰ ਆਪਾਂ E/M ਰੇਸ਼ੋ ਦੇਖੀਏ ਪ੍ਰੋਟੋਨ ਦੀ ਉਹ ਆ ਹੁੰਦੀ ਹੈ, ਤੁਸੀਂ ਦੇਖ ਸਕਦੇ ਹੋ 9.58 × 10⁴ ਸਪੈਸੀਫਿਕ ਚਾਰਜ ਵੀ ਇਹਨੂੰ ਕਿਹਾ ਜਾਂਦਾ ਹੈ। ਸੋ ਤੁਸੀਂ ਦੇਖ ਸਕਦੇ ਹੋ ਇਲੈਕਟ੍ਰੋਨ ਦੇ ਕੇਸ ਦੇ ਵਿੱਚ ਜਿਹੜਾ ਸੀ 7 point something ਐਂਡ 10⁻⁴ ਵੀ ਜਿਹੜੀ ਸੀ ਘੱਟ ਸੀ, ਬਟ ਇੱਥੇ ਜਿਹੜੀ ਹੈ 9.58 × 10⁴ ਹੈ, ਉਸ ਤੋਂ ਕੀ ਹੈ ਥੋੜ੍ਹੀ ਜਿਹੀ ਗ੍ਰੇਟਰ ਹੈ। ਨੈਕਸਟ ਤੁਸੀਂ ਦੇਖ ਸਕਦੇ ਹੋ ਨਿਊਟਰੋਨ ਦੇ ਵਿੱਚ ਕੀ ਹੁੰਦਾ, ਨਿਊਟਰੋਨ ਬੇਸਿਕਲੀ ਨਿਊਟਰਲ ਪਾਰਟੀਕਲਸ ਆ ਜਾਂਦੇ ਨੇ। ਸੋ ਇਹਨਾਂ ਦੀ ਡਿਸਕਸ਼ਨ ਜਿਹੜੀ ਹੈ ਬਹੁਤ ਹੀ ਜ਼ਿਆਦਾ ਘੱਟ ਹੋ ਰਹੀ ਹੈ ਕਿ ਇਹਦੇ ਵਿੱਚ ਕੀ ਹੈ, ਨਿਊਟਰੋਨ ਵਾਜ਼ ਡਿਸਕਵਰਡ ਬਾਈ ਜੇਮਸ ਚੈਡਵਿਕ, ਠੀਕ ਹੈ ਨਾ। ਜੋ ਐਕਸਪਲੇਨੇਸ਼ਨ ਹੈ ਮੀਨਸ ਇਹਦੀ ਘੱਟ ਰਹੂਗੀ ਕੰਪੈਰੀਜ਼ਨ ਟੂ ਇਲੈਕਟ੍ਰੋਨ ਐਂਡ ਪ੍ਰੋਟੋਨ। ਨਿਊਟਰੋਨ ਜੋ ਸੀਗਾ ਇਹ ਡਿਸਕਵਰ ਕੀਤਾ ਸੀ, ਇਹ ਯਾਦ ਰੱਖ ਲੈਣਾ ਤੁਸੀਂ, ਜੇਮਸ ਚੈਡਵਿਕ ਦੁਆਰਾ। ਅਕੋਰਡਿੰਗ ਟੂ ਦਾ ਫੋਲੋਇੰਗ ਨਿਊਕਲੀਅਰ ਰਿਐਕਸ਼ਨ, ਉਹਨਾਂ ਨੇ ਇਹ ਰਿਐਕਸ਼ਨ ਕਰਵਾ ਕੇ ਦੇਖੀ ਸੀ। ਜਦੋਂ ਇਹ ਰਿਐਕਸ਼ਨ ਹੁੰਦੀ ਹੈ ਤਾਂ ਇੱਕ ਪਾਰਟੀਕਲ, ਨਿਊਟਰਲ ਪਾਰਟੀਕਲ ਜਿਹੜੇ ਨੇ ਰਿਲੀਜ਼ ਹੁੰਦੇ ਨੇ ਐਂਡ ਉਹ ਪਾਰਟੀਕਲਸ ਦਾ ਨਾਮ ਹੈ ਦੈਟ ਇਜ਼ ਨਿਊਟਰੋਨ, ਠੀਕ ਹੈ ਨਾ। ਨੈਕਸਟ ਹੈਗਾ ਨਿਊਟਰੋਨ ਇੱਕ ਅਨਸਟੇਬਲ ਪਾਰਟੀਕਲ ਹੈ, ਇਟ ਡਿਕੇਜ਼, ਠੀਕ ਹੈ ਨਾ। ਇੱਕ ਡਿਕੇ ਹੁੰਦਾ ਹੈਗਾ, ਜਦੋਂ ਇਹ ਡਿਕੇ ਹੁੰਦਾ ਹੈ, ਡਿਕੇ ਹੋਣ ਤੋਂ ਬਾਅਦ ਇਹ 3 ਪਾਰਟੀਕਲਸ ਜਿਹੜਾ ਹੈ ਪ੍ਰੋਡਿਊਸ ਕਰਦਾ, ਦੈਟ ਇਜ਼ ਪ੍ਰੋਟੋਨ, ਇਲੈਕਟ੍ਰੋਨ, ਐਂਟੀ ਨਿਊਟਰੀਨੋ। ਮੀਨਸ ਇੱਕ ਨਿਊਟਰੋਨ ਤੋਂ ਪ੍ਰੋਟੋਨ ਜਿਹੜਾ ਹੈ ਬਣ ਸਕਦਾ। ਤਾਂ ਇੱਥੋਂ ਇਹੀ ਲੱਗਦਾ ਕਿ ਨਿਊਟਰੋਨ ਜਿਹੜੇ ਨੇ ਉਹਨਾਂ ਦਾ ਮਾਸ ਜਿਹੜਾ ਹੈ ਉਹ ਕੀ ਹੋਏਗਾ, ਜ਼ਿਆਦਾ ਹੋਏਗਾ ਕਿਹਦੇ ਕੰਪੈਰੀਜ਼ਨ ਦੇ ਵਿੱਚ, ਪ੍ਰੋਟੋਨ ਦੇ ਕੰਪੈਰੀਜ਼ਨ। ਕੁਝ ਐਡੀਸ਼ਨਲ ਪੁਆਇੰਟਸ ਡਿਸਕਸ ਕਰ ਲੈਂਦੇ ਹਾਂ। ਅਟੋਮਿਕ ਨੰਬਰ ਜਿਹੜਾ ਹੈ Z ਨਾਲ ਰਿਪਰੈਜ਼ੈਂਟ ਕੀਤਾ ਜਾਂਦਾ। ਕਿਸੇ ਵੀ ਐਟਮ ਦਾ ਅਟੋਮਿਕ ਨੰਬਰ ਕਿੰਨਾ ਹੁੰਦਾ, ਜਿੰਨੇ ਵੀ ਉਹਦੇ ਵਿੱਚ ਪ੍ਰੋਟੋਨਸ ਹੁੰਦੇ ਨੇ ਜਾਂ ਜਿੰਨੇ ਵੀ ਉਹਦੇ ਵਿੱਚ ਇਲੈਕਟ੍ਰੋਨਸ ਹੁੰਦੇ ਨੇ। ਮਾਸ ਨੰਬਰ ਜਿਹੜਾ ਹੈ ਅਸੀਂ A ਦੇ ਨਾਲ ਡਿਸਕਸ ਕਰਦੇ ਹਾਂ। ਮਾਸ ਨੰਬਰ ਮੀਨਸ ਇੱਕ ਐਟਮ ਦੇ ਵਿੱਚ ਕਿੰਨੇ ਪ੍ਰੋਟੋਨਸ ਨੇ, ਕਿੰਨੇ ਨਿਊਟਰੋਨਸ ਨੇ, ਦੋਨਾਂ ਨੂੰ ਤੁਸੀਂ ਐਡ ਕਰ ਦਿਓ, ਠੀਕ ਹੈ ਨਾ, ਤਾਂ ਤੁਹਾਡੇ ਕੋਲ ਕੀ ਆ ਜਾਏਗਾ, ਮਾਸ। ਕਿਉਂਕਿ ਇੱਕ ਮਾਸ ਜਿਹੜਾ ਹੁੰਦਾ ਐਟਮ ਦਾ ਉਹ ਡਿਊ ਟੂ ਨਿਊਕਲੀਅਸ ਹੀ ਹੁੰਦਾ, ਠੀਕ ਹੈ ਨਾ। ਇਲੈਕਟ੍ਰੋਨਸ ਜਿਹੜੇ ਨੇ ਕਾਫੀ ਜ਼ਿਆਦਾ ਉਹਨਾਂ ਦਾ ਮਾਸਿਸ ਜਿਹੜੇ ਨੇ ਇਹਨਾਂ ਦੇ ਕੰਪੈਰੀਜ਼ਨ 'ਚ ਘੱਟ ਹੁੰਦੇ ਨੇ। ਆਈਸੋਟੋਪਸ ਕੀ ਹੁੰਦੇ ਨੇ, ਆਈਸੋਟੋਪਸ ਆਰ ਦੋਜ਼, ਠੀਕ ਹੈ ਨਾ, ਦੋਜ਼ ਐਲੀਮੈਂਟਸ ਹੈਵਿੰਗ ਦਾ ਸੇਮ ਅਟੋਮਿਕ ਨੰਬਰ ਬਟ ਡਿਫਰੈਂਟ ਮਾਸ ਨੰਬਰ ਐਂਡ ਸੇਮ ਐਜ਼ ਆਈਸੋਬਾਰਸ ਕੀ ਹੁੰਦੇ ਨੇ, ਜਿਨ੍ਹਾਂ ਦਾ ਮਾਸ ਨੰਬਰ ਸੇਮ ਹੁੰਦਾ ਬਟ ਉਹਨਾਂ ਦਾ ਅਟੋਮਿਕ ਨੰਬਰ ਕੀ ਹੁੰਦਾ, ਡਿਫਰੈਂਟ ਹੁੰਦਾ। ਓਕੇ ਜੀ। ਇੱਕ ਪੁਆਇੰਟ ਹੋਰ ਤੁਸੀਂ ਦੇਖ ਸਕਦੇ ਹੋ, ਦੈਟ ਇਜ਼ ਨਿਊਟਰਲ ਪਾਰਟੀਕਲਸ ਵਿਦ ਮਾਸ ਹਾਈਲੀ ਗ੍ਰੇਟਰ। ਮੈਂ ਆਲਰੇਡੀ ਦੱਸਤਾ ਕਿ ਜਿਹੜੇ ਨਿਊਟਰੋਨਸ ਹੁੰਦੇ ਨੇ ਇਹਨਾਂ ਦਾ ਮਾਸ ਜਿਹੜਾ ਹੈ ਕੰਪੈਰੀਜ਼ਨ ਦੇ ਵਿੱਚ ਦੇਖੀਏ ਤਾਂ ਪ੍ਰੋਟੋਨ ਦੇ ਕੰਪੈਰੀਜ਼ਨ 'ਚ ਹਾਇਰ ਹੁੰਦਾ, ਗ੍ਰੇਟਰ ਹੁੰਦਾ। ਹੁਣ ਆ ਜਾਂਦੇ ਆਪਾਂ ਆਪਣੇ ਨਿਊਮੈਰੀਕਲ ਦੇ ਵੱਲ, ਦੈਟ ਇਜ਼ ਸਬ ਅਟੋਮਿਕ ਪਾਰਟੀਕਲਸ ਦੇ ਰਿਲੇਟਡ ਹੀ ਜੋ ਅੱਜ ਦਾ ਟੌਪਿਕ ਹੈ ਇਹਦੇ ਰਿਲੇਟਡ ਹੀ ਨਿਊਮੈਰੀਕਲਸ ਇਹ ਹੋਣਗੇ, ਠੀਕ ਹੈ। ਫਸਟ numerical ਹੈ which of the scientists were able to prove that atom is no longer non divisible। ਕਿ ਇਹਨਾਂ ਨੇ ਇਹ ਕਿਹਾ ਸੀ ਕਿ ਜੋ ਐਟਮ ਹੈ ਨੋਨ ਡਿਵਿਜ਼ੀਬਲ ਹੈ।
ਸੋ ਇਹਦਾ ਕਰੈਕਟ ਆਨਸਰ ਤੁਸੀਂ ਦੇਖ ਸਕਦੇ ਹੋ ਬੀ। ਓਕੇ, ਬੀ ਇਜ਼ ਦਾ ਕਰੈਕਟ ਆਨਸਰ। ਨੈਕਸਟ ਹੈ ਵਿਚ ਆਫ ਦਾ ਫੋਲੋਇੰਗ ਇਜ਼ ਨੈਵਰ ਟਰੂ ਫॉर ਕੈਥੋਡ ਰੇਜ਼। ਇਹਨਾਂ ਦੇ ਵਿੱਚੋਂ ਕੈਥੋਡ ਰੇਜ਼ ਦੇ ਰਿਲੇਟਡ ਕਿਹੜਾ ਸਹੀ ਨਹੀਂ ਹੈਗਾ। ਸਭ ਤੋਂ ਪਹਿਲਾਂ ਦੇਖੋ ਦੇ ਪੋਜੈਸ ਕਾਈਨੈਟਿਕ એનર્ਜੀ, ਇਹ ਬਿਲਕੁਲ ਸਹੀ ਹੈ। ਦੇ ਆਰ ਇਲੈਕਟ੍ਰੋਮੈਗਨੈਟਿਕ ਵੇਵਸ, ਦੇ ਪ੍ਰੋਡਿਊਸ ਹੀਟ, ਇਹ ਵੀ ਬਿਲਕੁਲ ਸਹੀ ਹੈ। ਦੇ ਪ੍ਰੋਡਿਊਸ ਮਕੈਨੀਕਲ ਪ੍ਰੈਸ਼ਰ, ਇਹ ਵੀ ਸਹੀ ਹੈ। ਬਟ ਜੋ ਸੈਕਿੰਡ ਆਪਸ਼ਨ ਹੈ ਇਹ ਠੀਕ ਨਹੀਂ ਹੈ, ਦੈਟ ਇਜ਼ ਦੇ ਆਰ ਇਲੈਕਟ੍ਰੋਮੈਗਨੈਟਿਕ ਵੇਵਸ, ਇਹ ਅਸੀਂ ਨਹੀਂ ਪੜ੍ਹਿਆ। ਓਕੇ, ਨੈਕਸਟ ਹੈ ਕਿ ਵਾਈਲ ਪਰਫॉर्मिंग कैथोड रे एक्सपेरिमेंट it was observed that there was no passage of electric current under normal conditions, which of the following can account for the observation। ਮੈਂ ਆਲਰੇਡੀ ਦੱਸਿਆ ਸੀਗਾ ਇਹਦੇ ਵਿੱਚੋਂ ਜਿਹੜੀ ਕਰੈਕਟ ਆਨਸਰ ਹੈ ਉਹ ਰਹੇਗਾ ਕਿ ਏਅਰ ਇਜ਼ ਅ ਪੂਅਰ ਕੰਡਕਟਰ ਆਫ ਇਲੈਕਟ੍ਰਿਸਿਟੀ ਅੰਡਰ ਨਾਰਮਲ ਕੰਡੀਸ਼ਨਸ। ਠੀਕ ਹੈ ਨਾ, ਜੋ ਕਿਉਂਕਿ ਉਹਦੇ ਵਿੱਚ ਕੀ ਸੀ, ਏਅਰ ਬਟ ਏਅਰ ਜਿਹੜੀ ਹੈ ਕੰਡਕਟਰ ਨਹੀਂ ਹੁੰਦੀ, ਏਅਰ ਇਜ਼ ਅ ਪੂਅਰ ਕੰਡਕਟਰ ਆਫ ਇਲੈਕਟ੍ਰਿਸਿਟੀ। ਓਕੇ, ਨੈਕਸਟ ਹੈ ਵਿਚ ਇਜ਼ ਨਾਟ ਟਰੂ ਵਿਦ ਰਿਸਪੈਕਟ ਟੂ ਕੈਥੋਡ ਰੇਜ਼। ਕੈਥੋਡ ਰੇਜ਼ ਬਾਰੇ ਮੈਂ ਤੁਹਾਨੂੰ ਸਾਰਾ ਪੜ੍ਹਾਇਆ, ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹਦੇ ਵਿੱਚ ਕਿਹੜਾ ਟਰੂ ਨਹੀਂ ਹੈਗਾ। ਤਾਂ ਤੁਸੀਂ ਦੇਖੋ ਅ ਸਟਰੀਮ ਆਫ ਇਲੈਕਟ੍ਰੋਨ ਬਿਲਕੁਲ ਸਹੀ ਹੈ ਕਿ ਇੱਕ ਸਟਰੀਮ ਹੁੰਦੀ ਹੈ ਇਲੈਕਟ੍ਰੋਨਸ ਦੀ, ਇਹ ਵੀ ਸਹੀ ਹੈ। ਐਂਡ ਬੀ ਦੇਖੋ ਚਾਰਜਡ, ਬਿਲਕੁਲ ਚਾਰਜਡ ਪਾਰਟੀਕਲਸ ਹੁੰਦੇ ਨੇ। ਕਿਹੜਾ ਚਾਰਜਡ ਪਾਰਟੀਕਲ ਹੁੰਦਾ ਇਹਦੇ ਵਿੱਚ, ਦੈਟ ਇਜ਼ ਇਲੈਕਟ੍ਰੋਨਸ। ਮੂਵ ਵਿਦ ਸਪੀਡ ਸੇਮ ਐਜ਼ ਦੈਟ ਆਫ ਲਾਈਟ ਫੋਰ ਦਾ ਸੀ। ਐਂਡ ਨੈਕਸਟ ਦੇਖੋ ਕੈਨ ਬੀ ਡਿਫਲੈਕਟਡ ਬਾਈ ਮੈਗਨੈਟਿਕ ਫੀਲਡਸ। ਬਿਲਕੁਲ ਅਗਰ ਅਰਾਊਂਡ ਅਸੀਂ ਮੈਗਨੈਟਿਕ ਫੀਲਡ ਉਹਦੇ ਰੱਖਦੇ ਹਾਂ ਤਾਂ ਬਿਲਕੁਲ ਜਿਹੜੀਆਂ ਨੇ ਜੋ ਵੀ ਪੋਜ਼ੀਟਿਵ ਪੋਲ ਹੋਏਗਾ, ਠੀਕ ਹੈ ਨਾ, ਉਸ ਦੀ ਤਰਫ ਡਿਫਲੈਕਟ ਹੋਣਗੇ। ਤਾਂ ਜਿਹੜਾ ਸੀ ਆਨਸਰ ਹੈ ਕਿ ਇਹਨਾਂ ਨੇ ਕਿਹਾ ਕਿ ਕੈਥੋਡ ਰੇ ਸਪੀਡ ਆਫ ਲਾਈਟ ਦੇ ਨਾਲ ਮੂਵ ਕਰਦੀਆਂ ਨੇ, ਇਹ ਗਲਤ ਹੈ। ਠੀਕ ਹੈ ਨਾ, ਇਹ ਨੋਟ ਟਰੂ ਆ ਜਾਏਗਾ। ਓਕੇ, ਨੈਕਸਟ ਦੇਖੋ which is the optimum conditions required to study the conduction of electricity through gases। ਕਿਹੜੀਆਂ ਉਹ ਕੰਡੀਸ਼ਨਸ ਨੇ, ਠੀਕ ਹੈ ਨਾ, ਜਿਨ੍ਹਾਂ ਦੀ ਲੋੜ ਹੈ ਸਾਨੂੰ ਕਿਹਦੀ ਸਟੱਡੀ ਕਰਨ ਵਾਸਤੇ, ਕੰਡਕਸ਼ਨ ਆਫ ਇਲੈਕਟ੍ਰਿਸਿਟੀ ਥਰੂ ਗੈਸਿਸ। ਕਿਹੜੇ ਕੰਡੀਸ਼ਨਸ 'ਤੇ ਤੁਸੀਂ ਇਹ ਤਾਂ ਅਸੀਂ ਪੜ੍ਹਿਆ ਸੀਗਾ ਕਿ ਹਾਈ ਵੋਲਟੇਜ ਤਾਂ ਹੋਣਾ ਚਾਹੀਦਾ, ਹਾਈ ਵੋਲਟੇਜ ਐਂਡ ਲੋ ਪ੍ਰੈਸ਼ਰ, ਇਹ ਤੁਸੀਂ ਕੰਡੀਸ਼ਨਸ ਯਾਦ ਰੱਖਣੀਆਂ ਨੇ। ਠੀਕ ਹੈ ਨਾ, ਇਲੈਕਟ੍ਰਿਸਿਟੀ ਜਦੋਂ ਤੁਸੀਂ ਉਹਦੇ ਵਿੱਚੋਂ ਪਾਸ ਕਰਾਉਣੀ ਹੈ ਤਾਂ ਹਾਈ ਵੋਲਟੇਜ ਹੋਣਾ ਚਾਹੀਦਾ, ਲੋ ਪ੍ਰੈਸ਼ਰ ਜਿਹੜਾ ਹੋਣਾ ਚਾਹੀਦਾ, ਇਸ ਲਈ ਉਹ ਸਾਈਡ ਟਿਊਬ ਲੱਗੀ ਹੁੰਦੀ ਹੈ ਲੋ ਪ੍ਰੈਸ਼ਰ ਕਰਨ ਵਾਸਤੇ। ਨੈਕਸਟ ਹੈ ਇਨ ਡਿਸਚਾਰਜ ਟਿਊਬ ਐਕਸਪੈਰੀਮੈਂਟ ਸਟਰੀਮ ਆਫ ਨੈਗੇਟਿਵਲੀ ਚਾਰਜਡ ਪਾਰਟੀਕਲ ਟਰੈਵਲ ਫਰੋਮ। ਇਹਦਾ ਆਨਸਰ ਕੀ ਆਏਗਾ ਕਿ ਡਿਸਚਾਰਜ ਟਿਊਬ ਐਕਸਪੈਰੀਮੈਂਟ ਜੋ ਹੈ ਸਟਰੀਮ ਆਫ ਨੈਗੇਟਿਵਲੀ ਚਾਰਜਡ ਪਾਰਟੀਕਲ ਟਰੈਵਲ ਕਿੱਥੋਂ ਟਰੈਵਲ ਕਰਦੇ ਨੇ। ਐਜ਼ ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਹੀ ਦੱਸਿਆ ਸੀ ਕਿ ਟਰੈਵਲਿੰਗ ਜਿਹੜੀ ਹੁੰਦੀ ਹੈ ਉਹਨਾਂ ਦੀ ਫਰੋਮ ਕੈਥੋਡ ਤੋਂ ਲੈ ਕੇ ਟੂ ਦਾ ਐਨੋਡ ਜਿਹੜੇ ਨੇ ਟਰੈਵਲ ਕਰਦੇ ਨੇ ਇਨ ਦਾ ਡਿਸਚਾਰਜ ਟਿਊਬ। ਮਿਲੀਕਨ ਪਰਫੋਰਮਡ ਐਨ ਐਕਸਪੈਰੀਮੈਂਟ ਮੈਥਡ ਟੂ ਡਿਟਰਮਾਈਨ ਵਿਚ ਆਫ ਦਾ ਫੋਲੋਇੰਗ। ਮਿਲੀਕਨ ਨੇ ਜੋ ਐਕਸਪੈਰੀਮੈਂਟ ਪਰਫੋਰਮ ਕੀਤਾ ਸੀਗਾ, ਕਿਹੜੀ ਚੀਜ਼ ਨੂੰ ਦੱਸਣ ਵਾਸਤੇ ਉਹਨਾਂ ਨੇ ਐਕਸਪੈਰੀਮੈਂਟ ਜਿਹੜਾ ਹੈ ਪਰਫੋਰਮ ਕੀਤਾ ਸੀਗਾ, ਉਹਨਾਂ ਨੇ ਪਰਫੋਰਮ ਕੀਤਾ ਸੀ, ਤੁਸੀਂ ਯਾਦ ਕਰ ਲਿਓ, ਦੈਟ ਇਜ਼ ਚਾਰਜ। ਇਲੈਕਟ੍ਰੋਨ ਦਾ ਜੋ ਚਾਰਜ ਦੱਸਿਆ ਸੀਗਾ ਉਹ ਮਿਲੀਕਨ ਨੇ ਜੋ ਹੈ ਐਕਸਪੈਰੀਮੈਂਟ ਪਰਫੋਰਮ ਕਰਕੇ ਦੱਸਿਆ ਸੀ। ਨੈਕਸਟ ਹੈ ਕਿ ਕਿਹੜੀ ਇਹਨਾਂ ਦੇ ਵਿੱਚੋਂ ਕਰੈਕਟ ਸਟੇਟਮੈਂਟ ਹੈ ਰਿਗਾਰਡਿੰਗ ਪ੍ਰੋਟੋਨ। ਪ੍ਰੋਟੋਨ ਦੇ ਰਿਗਾਰਡਿੰਗ ਮੈਂ ਤੁਹਾਨੂੰ ਪੜ੍ਹਾਇਆ ਤਾਂ ਦੇਖ ਸਕਦੇ ਆਪਾਂ ਕਿਹੜੀ ਇਹਦੇ ਵਿੱਚੋਂ ਕਰੈਕਟ ਆਪਸ਼ਨ ਲੱਭਣੀ ਆ ਤੁਸੀਂ। ਪ੍ਰੋਟੋਨ ਇਜ਼ ਅ ਨਿਊਕਲੀਅਸ ਆਫ ਡਿਟੋਰੀਅਮ, ਨੋ। ਪ੍ਰੋਟੋਨ ਇਜ਼ ਅਲਫਾ ਪਾਰਟੀਕਲ, ਨਹੀਂ ਜੀ, ਅਲਫਾ ਪਾਰਟੀਕਲ ਇਹ ਨਹੀਂ ਹੁੰਦਾ। ਪ੍ਰੋਟੋਨ ਇਜ਼ ਆਇਓਨਾਈਜ਼ਡ ਹਾਈਡਰੋਜਨ ਮੋਲੀਕਿਊਲ, ਪ੍ਰੋਟੋਨ ਇਜ਼ ਆਇਓਨਾਈਜ਼ਡ ਹਾਈਡਰੋਜਨ ਮੋਲੀਕਿਊਲ, ਨਹੀਂ, ਇਹ ਵੀ ਕਰੈਕਟ ਇਹਦੇ ਵਿੱਚ ਨਹੀਂ ਹੈ। ਪ੍ਰੋਟੋਨ ਇਜ਼ ਆਇਓਨਾਈਜ਼ਡ ਹਾਈਡਰੋਜਨ ਐਟਮ, ਠੀਕ ਹੈ ਨਾ, ਉੱਪਰ ਹਾਈਡਰੋਜਨ ਮੋਲੀਕਿਊਲ ਲਿਖਿਆ ਹੋਇਆ ਸੀਗਾ, ਬਟ ਇਹਦਾ ਕਰੈਕਟ ਜਿਹੜਾ ਆਨਸਰ ਹੈ ਦੈਟ ਇਜ਼ ਡੀ। 8 ਦਾ ਡੀ ਕਰੈਕਟ ਆਨਸਰ ਹੈ, ਕਿਉਂਕਿ ਅਸੀਂ ਇਹਨੂੰ ਇਸ ਫਾਰਮ 'ਚ ਲਿਖ ਦਿੰਦੇ ਹਾਂ ਬਿਕੋਜ਼ ਹਾਈਡਰੋਜਨ ਜਿਹੜਾ ਹੁੰਦਾ ਉਹਦੇ ਵਿੱਚ ਇੱਕ ਹੀ ਪ੍ਰੋਟੋਨ ਹੁੰਦਾ, ਦੇਅਰ ਇਜ਼ ਨੋ ਨਿਊਟਰੋਨ। ਓਕੇ, ਅਗਰ ਉਹਦੇ ਵਿੱਚੋਂ ਇੱਕ ਇਲੈਕਟ੍ਰੋਨ ਲੋਸ ਹੋ ਜਾਂਦਾ, ਠੀਕ ਹੈ ਨਾ, ਤਾਂ ਤੁਸੀਂ ਦੇਖ ਸਕਦੇ ਹੋ ਉਹਦੇ ਵਿੱਚ ਓਨਲੀ ਪ੍ਰੋਟੋਨ ਜਿਹੜਾ ਰਹਿ ਜਾਏਗਾ। ਸੋ ਇਹਨਾਂ ਨੇ ਕਿਹਾ ਕਿ ਪ੍ਰੋਟੋਨ ਇਜ਼ ਆਇਓਨਾਈਜ਼ਡ ਹਾਈਡਰੋਜਨ ਐਟਮ, ਬਿਲਕੁਲ ਇੱਕ ਪ੍ਰੋਟੋਨ ਹੀ ਰਹਿ ਜਾਊਗਾ ਇਹਦੇ ਵਿੱਚ। ਤਾਂ ਤੁਸੀਂ ਨੈਕਸਟ ਦੇਖ ਸਕਦੇ ਹੋ 9th ਕੁਐਸਚਨ, ਵੈਨ ਬੈਰੀਲੀਅਮ ਇਜ਼ ਬੰਬਾਰਡਡ ਵਿਦ ਅਲਫਾ ਪਾਰਟੀਕਲਸ। ਇਹ ਦੱਸਿਆ ਕਿ ਜੋ ਚੈਡਵਿਕ ਐਕਸਪੈਰੀਮੈਂਟ ਜਿਸ ਦੇ ਵਿੱਚ ਨਿਊਟਰੋਨ ਬਾਰੇ ਡਿਸਕਵਰੀ ਚੱਲ ਰਹੀ ਸੀ। ਓਕੇ, extremely penetrating radiations which cannot be deflected by electrical or magnetic field are given out, these are। so ਇਹਦਾ correct answer ਜਿਹੜਾ ਹੋਏਗਾ 9th ਦਾ C, that is a beam of neutrons। 10th ਦੇਖੋ, 10th ਦਾ A part that is 10th ਦਾ question ਦੇਖੋ, 10th question, neutron is discovered by। ਨਿਊਟਰੋਨ ਕਿਸ ਨੇ ਡਿਸਕਵਰ ਕੀਤਾ ਸੀ, ਹੁਣੀ ਅਸੀਂ ਸਟੱਡੀ ਕੀਤਾ ਹੈ ਕਿ ਇਹ ਕਿਹਨਾਂ ਨੇ ਡਿਸਕਵਰ ਕੀਤਾ ਸੀ, ਦੈਟ ਇਜ਼ ਚੈਡਵਿਕ। ਓਕੇ, ਇਹਨਾਂ ਨੇ ਡਿਸਕਵਰ ਕੀਤਾ ਸੀਗਾ।
ਨੈਕਸਟ ਦੇਖੋ ਵਾਟ ਇਜ਼ ਦੀ ਰੇਸ਼ੀਓ ਆਫ ਮਾਸ ਆਫ ਐਨ ਇਲੈਕਟ੍ਰੋਨ ਟੂ ਦ ਮਾਸ ਆਫ ਦ ਪ੍ਰੋਟੋਨ। ਅਗਰ ਅਸੀਂ ਇਲੈਕਟ੍ਰੋਨ ਦੇ ਮਾਸ ਨੂੰ ਦੇਖੀਏ ਅਤੇ ਮਾਸ ਆਫ ਪ੍ਰੋਟੋਨ ਦੇਖੀਏ, ਇਹਨਾਂ ਦੇ ਕੰਪੈਰੀਜ਼ਨ ਦੀ ਰੇਸ਼ੋ ਤੁਸੀਂ ਦੱਸਣੀ ਹੈ। ਤਾਂ ਇਹਦੇ ਵਿੱਚ ਆਨਸਰ ਜਿਹੜਾ ਆਏਗਾ ਦੈਟ ਇਜ਼ ਬਹੁਤ ਜ਼ਿਆਦਾ ਡਿਫਰੈਂਸ ਹੁੰਦਾ ਜੀ ਇਹਨਾਂ ਦੇ ਮਾਸਿਸ ਦੇ ਵਿੱਚ, ਦੈਟ ਇਜ਼ 1:1837 ਦੇ ਕਰੀਬ ਇਹਦਾ ਆਨਸਰ ਆਏਗਾ, ਠੀਕ ਹੈ ਨਾ। ਦ ਇਨਕਰੀਜ਼ਿੰਗ ਆਰਡਰ ਫॉर ਦ ਵੈਲਿਊਜ਼ ਆਫ E/M ਰੇਸ਼ੋ। E/M ਰੇਸ਼ੋ ਦੱਸਣੀ ਹੈ ਕਿ ਸਭ ਤੋਂ ਜ਼ਿਆਦਾ ਕਿਹਦੀ ਹੁੰਦੀ ਹੈ, ਠੀਕ ਹੈ ਨਾ। ਤਾਂ ਤੁਸੀਂ ਇਹਦੇ ਵਿੱਚੋਂ ਕਰੈਕਟ ਆਪਸ਼ਨ ਜਿਹੜੀ ਇਹਦੇ ਵਿੱਚ ਆਏਗੀ ਦੈਟ ਇਜ਼ 12th ਦਾ ਡੀ, ਠੀਕ ਹੈ। 12th ਦਾ ਡੀ ਮੀਨਸ ਇਲੈਕਟ੍ਰੋਨ ਦੇ ਕੇਸ ਦੇ ਵਿੱਚ ਜਿਹੜੀ ਹੈਗੀ ਹੈ ਚਾਰਜ ਓਵਰ ਮਾਸ E/M ਵੈਲਿਊ ਜ਼ਿਆਦਾ ਹੋਏਗੀ ਦੈਨ ਕੰਪੈਰੀਜ਼ਨ ਟੂ ਪ੍ਰੋਟੋਨ, ਦੈਨ ਐਲਫਾ ਐਂਡ ਨਿਊਟਰੋਨ ਦੇ ਵਿੱਚ ਤਾਂ ਸਭ ਤੋਂ ਜ਼ਿਆਦਾ ਘੱਟ ਵੈਲਿਊ ਰਹਿੰਦੀ ਹੈ ਇਹਦੀ। ਨੈਕਸਟ ਹੈ ਕਿ ਇਨ ਵਿਚ ਆਫ ਦਾ ਫੋਲੋਇੰਗ ਦ ਅਮਾਊਂਟ ਆਫ ਡੈਵੀਏਸ਼ਨ ਫਰੋਮ ਦੇਅਰ ਪਾਥ in the presence of electric and magnetic field will be maximum। 13 ਦਾ ਜੋ ਕਰੈਕਟ ਆਨਸਰ ਰਹੇਗਾ ਦੈਟ ਇਜ਼ ਤੁਸੀਂ ਦੱਸਣਾ ਇਹਦੇ ਵਿੱਚ B ਇਜ਼ ਦਾ ਕਰੈਕਟ ਆਨਸਰ, ਓਕੇ। ਨੈਕਸਟ ਦੇਖੋ ਦ ਡਿਫਲੈਕਸ਼ਨ ਆਫ ਦਾ ਪਾਰਟੀਕਲਸ ਫਰੋਮ ਦੇਅਰ ਪਾਥ ਇਨ ਪ੍ਰੈਜ਼ੈਂਸ ਆਫ ਇਲੈਕਟ੍ਰਿਕ ਐਂਡ ਮੈਗਨੈਟਿਕ ਫੀਲਡ ਵਿਲ ਬੀ ਮੈਕਸੀਮਮ ਇਨ ਵਿਚ ਆਫ ਦਾ ਫੋਲੋਇੰਗ। ਇਹ ਚਾਰ ਤੁਹਾਨੂੰ ਦਿੱਤੇ ਨੇ ਐਲੀਮੈਂਟਸ, ਇਹਨਾਂ ਦੇ ਵਿੱਚ ਦੱਸਣਾ ਹੈ ਕਿ ਕਿਹਦੀ ਡਿਫਲੈਕਸ਼ਨ ਜਿਹੜੀ ਹੈ ਸਭ ਤੋਂ ਜ਼ਿਆਦਾ ਮੈਕਸੀਮਮ ਹੋਏਗੀ, ਓਕੇ। ਮੈਕਸੀਮਮ ਹੋਏਗੀ ਇਨ ਕੇਸ ਆਫ ਦੈਟ ਇਜ਼ ਹੀਲੀਅਮ, ਓਕੇ। ਹੀਲੀਅਮ ਦੇ ਕੇਸ ਦੇ ਵਿੱਚ ਸਭ ਤੋਂ ਜ਼ਿਆਦਾ ਡਿਫਲੈਕਸ਼ਨ ਹੋਏਗੀ। ਵਿਚ ਆਫ ਦਾ ਫੋਲੋਇੰਗ ਪੇਅਰਸ ਹੈਵ which of the following pairs have identical values of E/M। ਤਾਂ ਕਿਹੜੇ ਉਹ ਪੇਅਰਸ ਨੇ ਜਿਹਦੇ ਵਿੱਚ E/M ਦੀ ਵੈਲਿਊ ਜਿਹੜੀ ਹੈਗੀ ਹੈ ਕੀ ਰਹਿੰਦੀ ਹੈ ਹਮੇਸ਼ਾ, ਮੀਨਸ ਕੌਨਸਟੈਂਟ, ਜਾਂ ਫਿਰ ਕਹਿ ਰਹੇ ਨੇ ਕਿ ਸੇਮ ਰਹਿੰਦੀ ਹੈ ਵੈਲਿਊ। ਤਾਂ ਇਹਦਾ ਕਰੈਕਟ ਆਨਸਰ ਆਏਗਾ ਡਿਊਟੋਰੀਅਮ ਐਂਡ ਐਨ ਅਲਫਾ ਪਾਰਟੀਕਲ, ਠੀਕ ਹੈ। ਡਿਊਟੋਰੀਅਮ ਅਤੇ ਅਲਫਾ ਪਾਰਟੀਕਲ ਜਿਹੜੇ ਹੁੰਦੇ ਨੇ ਇਹਨਾਂ ਦੀ ਵੈਲਿਊ ਸੇਮ ਰਹਿੰਦੀ ਹੈ। ਅਤੇ ਇੱਕ ਹੋਰ ਵੀ ਦੱਸਿਆ ਸੀ ਵੀ ਕੈਥੋਡ ਰੇਜ਼ ਐਂਡ ਇਲੈਕਟ੍ਰੋਨ, ਠੀਕ ਹੈ ਨਾ, ਉਹ ਇੱਥੇ ਆਪਸ਼ਨ ਨਹੀਂ ਹੈਗੀ। ਸੋ ਮੈਂ ਦੱਸਿਆ ਸੀ ਕੈਥੋਡ ਰੇਜ਼ ਐਂਡ ਇਲੈਕਟ੍ਰੋਨ ਦੀ ਜਿਹੜੀ E/M ਵੈਲਿਊ ਵੀ ਸੇਮ ਰਹਿੰਦੀ ਹੈ। ਅਤੇ ਇਹ ਜਿਹੜੇ ਕੁਐਸਚਨ ਨੇ 13, 14, 15 ਐਂਡ 16, 17, ਠੀਕ ਹੈ, ਇਹ ਤੁਹਾਡਾ ਹੋਮਵਰਕ ਹੈ। ਹੁਣੀ ਤੁਸੀਂ ਇਹਨੂੰ ਕਰਕੇ ਕਮੈਂਟ ਬਾਕਸ ਦੇ ਵਿੱਚ ਇਹਨਾਂ ਦੇ ਕਰੈਕਟ ਆਪਸ਼ਨਸ ਜਿਹੜੇ ਨੇ ਦੱਸਣੇ ਨੇ। ਨੰਬਰਿੰਗ ਇਹੀ ਕਰਨੀ ਹੈ ਵੀ 13 ਦਾ ABC ਜੋ ਵੀ ਹੈ 13, 14, 15, 16 ਐਂਡ 17। ਧਿਆਨ ਨਾਲ ਦੇਖ ਲਓ ਕੁਐਸਚਨਸ, ਠੀਕ ਹੈ। ਸੋ ਜੇਕਰ ਵੀਡੀਓ ਤੁਹਾਨੂੰ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ, ਕਮੈਂਟ ਕਰ ਦਿਓ, ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਐਂਡ ਸ਼ੇਅਰ ਵੀ ਕਰ ਦਿਆ ਕਰੋ, ਠੀਕ ਹੈ ਨਾ। ਅਤੇ ਕਮੈਂਟ ਬਾਕਸ ਦੇ ਵਿੱਚ ਦੱਸ ਦਿਆ ਕਰੋ ਕਿ ਹਾਂਜੀ ਮੈਮ ਸਾਨੂੰ ਸਮਝ ਆ ਗਿਆ। ਐਂਡ ਥੈਂਕ ਯੂ ਸਟੂਡੈਂਟ, ਥੈਂਕ ਯੂ ਫॉर ਵਾਚਿੰਗ, ਥੈਂਕ ਯੂ ਅ ਲੋਟ।